ਅੱਜ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਕਰੋਨਾ ਮਹਾਮਾਰੀ ਦਾ ਜਿਹੜਾ ਹੈਗਾ ਪ੍ਰत्येक ਦੇਸ਼ਵਾਸੀ ਔਰ ਸਰਕਾਰ ਬੜੀ ਬਹਾਦਰੀ ਦੇ ਨਾਲ ਜਿਹੜਾ ਹੈਗਾ ਮੁਕਾਬਲਾ ਕਰ ਰਹੀ ਹੈ। ਔਰ ਅੱਜ ਤੁਸੀਂ ਦੇਖੋ 135 ਕਰੋੜ ਜਨਸੰਖਿਆ ਦੇਸ਼ ਦੇ ਵਿੱਚ ਫਿਰ ਵੀ ਜਿਹੜਾ ਹੈਗਾ ਉਹ ਵੈਕਸੀਨ ਹਰ ਕਿਸੇ ਤੱਕ ਪਹੁੰਚਾਉਣ ਦਾ ਪ੍ਰयास ਕੀਤਾ ਜਾ ਰਿਹਾ ਹੈਗਾ। ਉਹਨਾਂ ਦਾ ਕਹਿਣਾ ਸੀਗਾ ਕਿ ਵੈਕਸੀਨੇਸ਼ਨ ਆਪਣੇ ਦੇਸ਼ ਵਿੱਚ ਲਗਵਾਈ ਨਹੀਂ ਗਈ, ਦੂਸਰੇ ਪਾਸੇ ਭੇਜੀ ਜਾ ਰਹੀ ਹੈ। ਕਿਤੇ ਨਾ ਕਿਤੇ ਫੇਲਿਊਰ ਕਹਿੰਦੇ ਭਾਜਪਾ ਦਾ ਜ਼ਰੂਰ ਫੇਲਿਊਰ ਜ਼ਰੂਰ ਹੈਗਾ। ਇਹੋ ਹੀ ਵਿਪਕਸ਼ ਸੀ, ਤੁਹਾਨੂੰ ਯਾਦ ਹੋਏਗਾ, ਜਿਹੜੇ ਕਹਿੰਦੇ ਸੀ ਕਿ ਅਸੀਂ ਇਹ ਬੀਜੇਪੀ ਦੀ ਵੈਕਸੀਨ ਹੈਗੀ ਏ, ਅਸੀਂ ਨਹੀਂ ਲਵਾਵਾਂਗੇ। ਦਵਾਈ ਤੇ ਕਿਸੇ ਦੀ ਨਹੀਂ ਹੋ ਸਕਦੀ ਕਿ ਵੈਕਸੀਨ ਬਾਰੇ ਵਿਵਾਦ ਫੈਲਾਉਂਦੇ ਰਹੇ। ਅੱਜ ਜਦੋਂ ਵੈਕਸੀਨ ਕਾਰਗਰ ਸਾਬਿਤ ਹੋ ਰਹੀ ਹੈਗੀ ਏ ਤੇ ਅੱਜ ਜਿਹੜਾ ਹੈਗਾ ਇਹਨਾਂ ਨੂੰ ਬਹਾਨਾ ਕੋਈ ਨਹੀਂ ਮਿਲ ਰਿਹਾ ਹੈਗਾ, ਇਸ ਕਰਕੇ ਜਿਹੜੇ ਹੈਗੇ ਆ ਗਲਤ ਆਰੋਪ ਲਗਾਏ ਜਾ ਰਹੇ। ਔਰ ਨਵਜੋਤ ਸਿੰਘ ਸਿੱਧੂ ਆਪਣੇ ਪੈਰਾਂ ਤੇ ਆਪ ਘੁਲਾੜੀ ਮਾਰ ਰਿਹਾ ਹੈ। ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ ਹੈ, ਹੁਣ ਕਾਂਗਰਸ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ। ਪੰਜਾਬ ਦੀ ਜਨਤਾ ਇਹਦੇ ਤਮਾਸ਼ਿਆਂ ਨੂੰ, ਇਹਦੀਆਂ ਜਿਹੜੀਆਂ ਹੈਗੀਆਂ ਗੱਲਾਂ ਨੂੰ ਸਮਝ ਚੁੱਕੀ ਹੈਗੀ ਹੈ। ਇਹਦਾ ਤਮਾਸ਼ਾ ਅੱਗੇ ਲੰਮੇ ਸਮੇਂ ਚੱਲਣ ਵਾਲਾ ਨਹੀਂ। ਜੇ ਮੈਂ ਇਸ ਦੇਸ਼ ਦੇ ਵਿੱਚ ਤਰੱਕੀ ਕਰਕੇ ਕਿਸੇ ਜਗ੍ਹਾ ਤੇ ਪਹੁੰਚ ਜਾਂਦਾ ਵਾਂ ਤੇ ਮੇਰੇ ਤੇ ਕੋਈ ਲਾਂਛਨ ਲਾਇਆ ਜਾਵੇ ਤਾਂ ਉਹ ਗਲਤ ਗੱਲ ਹੈ। ਅੰਡਾਨੀ ਅੰਬਾਨੀ ਵੀ ਇਸ ਦੇਸ਼ ਦੀ ਸੇਵਾ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ 7 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਉਹਨਾਂ ਦੇ ਮੁੱਖ ਕਾਰਿਆਲੇ ਦੇ ਵਿੱਚ ਜਿਹੜਾ ਹੈ 101 ਲੋਕਾਂ ਨੂੰ ਜਿਹੜਾ ਹੈ ਉਹ ਰਾਸ਼ਨ ਵਿਤਰਨ ਦਾ ਕੰਮ ਕੀਤਾ ਗਿਆ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਕਾਫੀ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਤੇ ਜਿਹੜੇ ਤੰਜ ਜਿਹੜੇ ਨੇ ਉਹ ਵੀ ਕੱਸੇ ਜਾ ਰਹੇ ਨੇ ਤੇ ਕਿਹਾ ਹੀ ਜਾ ਰਿਹਾ ਕਿ ਸੈਕੰਡ ਵੇਵ ਪੂਰੀ ਹੋਣ ਤੇ ਆਈ ਹੈ, ਲੇਕਿਨ ਭਾਜਪਾ ਕੋ ਜਿਹੜੇ ਆ ਹਜੇ ਤੱਕ ਪੁਖਤਾ ਪ੍ਰਬੰਧ ਜਿਹੜੇ ਨੇ ਨਹੀਂ ਹੋ ਪਾਏ। ਰਜੇਸ਼ ਹਨੀ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਰਹੇ ਨੇ। ਹਨੀ ਜੀ, ਪਹਿਲਾਂ ਤਾਂ ਮੁਬਾਰਕਾਂ, ਹੁਣ 7 ਸਾਲ ਤੁਹਾਡੇ ਪੂਰੇ ਹੋ ਚੁੱਕੇ ਨੇ, ਲੇਕਿਨ ਜੋ ਵਿਪਕਸ਼ ਜਿਹੜਾ ਆ ਉਹ ਤੁਹਾਡੇ ਤੇ ਐਲੀਗੇਸ਼ਨ ਲਗਾ ਰਿਹਾ ਕਿ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾ ਰਹੇ ਹੋ, ਕੀ ਕਹਿਣਾ ਚਾਹੋਗੇ? ਧੰਨਵਾਦ ਜੀ, 7 ਸਾਲ ਪੂਰੇ ਹੋਣ ਦੇ ਉੱਤੇ ਤੁਸੀਂ ਵਧਾਈ ਦਿੱਤੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਸਮਝਦਾ ਵਾਂ ਕਿ ਵਿਪਕਸ਼ ਜਿਹੜਾ ਹੈਗਾ ਉਹ ਆਪਣੇ ਨਾਕਾਮੀਆਂ ਛੁਪਾਉਣ ਦੇ ਲਈ ਸਾਡੇ ਉੱਤੇ ਜਿਹੜਾ ਹੈਗਾ ਉਹ ਅਰਨਗਲ ਆਰੋਪ ਲਗਾ ਰਿਹਾ ਹੈਗਾ ਹੈ। ਅੱਜ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਕਰੋਨਾ ਮਹਾਮਾਰੀ ਦਾ ਜਿਹੜਾ ਹੈਗਾ ਪ੍ਰत्येक ਦੇਸ਼ਵਾਸੀ ਔਰ ਸਰਕਾਰ ਬੜੀ ਬਹਾਦਰੀ ਦੇ ਨਾਲ ਜਿਹੜਾ ਹੈਗਾ ਮੁਕਾਬਲਾ ਕਰ ਰਹੀ ਹੈ। ਔਰ ਅੱਜ ਤੁਸੀਂ ਦੇਖੋ 135 ਕਰੋੜ ਜਨਸੰਖਿਆ ਦੇਸ਼ ਦੇ ਵਿੱਚ ਫਿਰ ਵੀ ਜਿਹੜਾ ਹੈਗਾ ਉਹ ਵੈਕਸੀਨ ਹਰ ਕਿਸੇ ਤੱਕ ਪਹੁੰਚਾਉਣ ਦਾ ਪ੍ਰयास ਕੀਤਾ ਜਾ ਰਿਹਾ ਹੈਗਾ। ਔਰ ਜਲਦੀ ਅਸੀਂ ਕਰੋਨਾ ਮਹਾਮਾਰੀ ਦੇ ਉੱਤੇ ਜਿਹੜਾ ਹੈਗਾ ਵਿਜੇ ਪ੍ਰਾਪਤ ਕਰਾਂਗੇ। ਲੇਕਿਨ ਉਹਨਾਂ ਦਾ ਕਹਿਣਾ ਸੀਗਾ ਕਿ ਵੈਕਸੀਨੇਸ਼ਨ ਆਪਣੇ ਦੇਸ਼ ਵਿੱਚ ਲਗਵਾਈ ਨਹੀਂ ਗਈ, ਦੂਸਰੇ ਪਾਸੇ ਭੇਜੀ ਜਾ ਰਹੀ ਹੈ। ਕਿਤੇ ਨਾ ਕਿਤੇ ਫੇਲਿਊਰ ਕਹਿੰਦੇ ਭਾਜਪਾ ਦਾ ਜ਼ਰੂਰ ਫੇਲਿਊਰ ਜ਼ਰੂਰ ਹੈਗਾ। ਦੇਖੋ, ਕੁਝ ਰਾਜ ਜਿਹੜੇ ਹੈਗੇ ਨੇ ਉਹ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ, ਆਪਣੀਆਂ ਗਲਤੀਆਂ ਛੁਪਾਉਣ ਦੇ ਲਈ, ਆਪਣੀ ਨਲਾਇਕੀਆਂ ਛੁਪਾਉਣ ਦੇ ਲਈ ਇਸ ਤਰ੍ਹਾਂ ਦੇ ਅਰਨਗਲ ਆਰੋਪ ਲਗਾ ਰਹੇ ਨੇ। ਮੈਂ ਸਮਝਦਾ ਵਾਂ ਕਿ ਦੇਸ਼ ਦੇ ਵਿੱਚ ਜਿਹੜੀ ਹੈਗੀ ਉਹ ਵੈਕਸੀਨ ਪ੍ਰਿਆਪਤ ਮਾਤਰਾ 'ਚ ਬਣ ਰਹੀ ਹੈ ਔਰ ਪ੍ਰਿਆਪਤ ਮਾਤਰਾ ਦੇ ਵਿੱਚ ਜਿਹੜੀ ਹੈਗੀ ਉਹ ਪਹੁੰਚ ਰਹੀ ਹੈ। ਇਹੋ ਹੀ ਵਿਪਕਸ਼ ਸੀ, ਤੁਹਾਨੂੰ ਯਾਦ ਹੋਏਗਾ, ਜਿਹੜੇ ਕਹਿੰਦੇ ਸੀ ਕਿ ਅਸੀਂ ਇਹ ਬੀਜੇਪੀ ਦੀ ਵੈਕਸੀਨ ਹੈਗੀ ਹੈ, ਅਸੀਂ ਨਹੀਂ ਲਵਾਵਾਂਗੇ, ਇਹ ਮੋਦੀ ਦੀ ਵੈਕਸੀਨ ਹੈਗੀ ਹੈ, ਅਸੀਂ ਨਹੀਂ ਲਵਾਵਾਂਗੇ। ਔਰ ਜਦੋਂ 2 ਮਹੀਨੇ ਤੱਕ ਜਿਹੜਾ ਹੈਗਾ ਇਹਨਾਂ ਨੇ ਆਰੋਪ ਲਗਾਉਂਦੇ ਰਹੇ ਕਿ ਇਹ ਵੈਕਸੀਨ ਬਾਰੇ ਵਿਵਾਦ ਫੈਲਾਉਂਦੇ ਰਹੇ। ਦਵਾਈ ਤੇ ਕਿਸੇ ਦੀ ਨਹੀਂ ਹੋ ਸਕਦੀ ਕਿ ਵੈਕਸੀਨ ਬਾਰੇ ਵਿਵਾਦ ਫੈਲਾਉਂਦੇ ਰਹੇ। ਅੱਜ ਜਦੋਂ ਵੈਕਸੀਨ ਕਾਰਗਰ ਸਾਬਿਤ ਹੋ ਰਹੀ ਹੈਗੀ ਹੈ ਤੇ ਅੱਜ ਜਿਹੜਾ ਹੈਗਾ ਇਹਨਾਂ ਨੂੰ ਬਹਾਨਾ ਕੋਈ ਨਹੀਂ ਮਿਲ ਰਿਹਾ ਹੈਗਾ, ਇਸ ਕਰਕੇ ਜਿਹੜੇ ਹੈਗੇ ਆ ਗਲਤ ਆਰੋਪ ਲਗਾਏ ਜਾ ਰਹੇ ਨੇ। ਲੇਕਿਨ ਉਹ ਕਹਿ ਰਹੇ ਕਿ ਵਿਦੇਸ਼ ਭੇਜਣ ਦੀ ਜ਼ਰੂਰਤ ਨਹੀਂ ਸੀਗੀ, ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾ ਲੈਂਦੇ, ਫਿਰ ਬਾਅਦ ਚ ਭੇਜ ਲੈਂਦੇ ਦੂਸਰੇ ਪਾਸੇ। ਦੇਖੋ, ਇਸ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੇ ਸਮਝੌਤੇ ਜਿਹੜੇ ਹੈਗੇ ਆ ਵਿਦੇਸ਼ਾਂ ਦੀ ਸਰਕਾਰਾਂ ਨਾਲ ਕੀਤੇ ਜਾਂਦੇ ਆ। ਕੁਝ ਅਸੀਂ ਮੈਡੀਕਲ ਇਕਵਿਪਮੈਂਟਸ ਜਿਹੜੇ ਹੈਗੇ ਉੱਥੋਂ ਮੰਗਾਉਂਦੇ ਆ, ਕੁਝ ਅਸੀਂ ਇੱਥੋਂ ਭੇਜਦੇ ਵੀ ਆ, ਕੁਝ ਦਵਾਈਆਂ ਉੱਥੋਂ ਅਸੀਂ ਮੰਗਾਉਂਦੇ ਵੀ ਆ, ਕੁਝ ਦਵਾਈਆਂ ਵਿਦੇਸ਼ 'ਚ ਵੀ ਵਿਕਸਿਤ ਹੁੰਦੀਆਂ, ਉੱਥੇ ਬਣਾਈਆਂ ਜਾਂਦੀਆਂ, ਉਹ ਦੇਸ਼ ਦੇ ਵਿੱਚ ਵੀ ਮੰਗਾਈਆਂ ਜਾਂਦੀਆਂ ਹੈਗੀਆਂ। ਇਹ ਇੱਕ ਜਿਹੜਾ ਹੈਗਾ ਨਿਰੰਤਰ ਚੱਲਣ ਵਾਲਾ ਪ੍ਰੋਸੈਸ ਹੈਗਾ ਹੈ, ਜਿਸ ਦੇ ਵਿੱਚ ਕੁਝ ਜਿਹੜੀ ਮੈਡੀਸਨ ਉੱਥੇ ਭੇਜਣੀ ਪੈਂਦੀ, ਉੱਥੋਂ ਮੰਗਾਉਣੀ ਪੈਂਦੀ ਹੈਗੀ ਹੈ। ਔਰ ਇਹ ਲੋਕ ਜਿਹੜੇ ਨੇ ਇਹਨਾਂ ਸਾਰੀਆਂ ਗੱਲਾਂ ਦਾ ਇਹਨਾਂ ਨੂੰ ਪਤਾ ਹੈਗਾ ਹੈ, ਲੇਕਿਨ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਨ ਕੇ ਜਿਹੜਾ ਹੈਗਾ ਹੈ ਇਹ ਸਭ ਆਰੋਪ ਲਗਾ ਰਹੇ ਨੇ। ਇਹਨਾਂ 'ਚ ਕੋਈ ਸੱਚਾਈ ਨਹੀਂ ਹੈ। ਕੀ ਲੱਗਦਾ ਨਹੀਂ ਕਿ ਵਿਦੇਸ਼ ਨੂੰ ਵੀ, ਹੁਣ ਵਿਦੇਸ਼ ਜਿਹੜੇ ਦੂਸਰੇ ਦੇਸ਼ ਹੈ ਉਹਨਾਂ ਨੂੰ ਵੀ ਭਾਰਤ ਦੀ ਜਿਹੜੀ ਹੈਲਪ ਜਿਹੜੀ ਕਰਨੀ ਚਾਹੀਦੀ ਹੈ, ਉਹਨਾਂ ਕੋਲ ਵੈਕਸੀਨੇਸ਼ਨ ਪਈ ਹੈ ਉਹ ਭੇਜਣੀ ਚਾਹੀਦੀ ਤਾਂ ਜੋ ਕਿ ਭਾਰਤ ਦੇ ਲੋਕ ਵੀ ਬਚ ਸਕਣ? ਦੇਖੋ, ਮੈਂ ਸਮਝਦਾ ਵਾਂ ਦੇਸ਼ ਦੇ ਵਿੱਚ ਵੈਕਸੀਨ ਜਿਹੜੀ ਹੈਗੀ ਉਹ ਪ੍ਰਿਆਪਤ ਹੈਗੀ ਹੈ, ਲੇਕਿਨ ਫਿਰ ਵੀ ਰਸ਼ੀਆ ਦੇ ਵੱਲੋਂ ਸਪੁਤਨਿਕ V ਜਿਹੜੀ ਹੈਗੀ 2 ਹਫ਼ਤੇ ਪਹਿਲਾਂ ਜਿਹੜੀ ਹੈਗੀ ਉਹ ਹੈਦਰਾਬਾਦ 'ਚ ਉਤਰ ਚੁੱਕੀ ਹੈਗੀ ਹੈ, ਉਹ ਵੀ ਦੇਸ਼ ਦੇ ਵਿੱਚ ਆ ਰਹੀ ਹੈਗੀ ਹੈ। ਹੋਰ ਜਿਹੜੀ ਵਿਦੇਸ਼ੀ ਕੰਪਨੀਆਂ ਹੈਗੀਆਂ ਉਹ ਵੀ ਜਿਹੜੀ ਹੈਗੀ ਉਹ ਆਪਣਾ ਵੈਕਸੀਨ ਜਿਹੜੀ ਹੈਗੀ ਜਿਹੜੀ ਦੇਸ਼ ਦੇ ਵਿੱਚ ਭੇਜਦੀਆਂ ਹੈਗੀਆਂ। ਨਿਸ਼ਚਿਤ ਤੌਰ ਦੇ ਉੱਤੇ ਜਿਹੜਾ ਇਹ ਔਖਾ ਸਮਾਂ ਹੈਗਾ, ਇਸ ਨੂੰ ਬਹਾਦਰੀ ਨਾਲ ਮਿਲ ਕੇ ਹੱਲ ਕਰਨਾ ਚਾਹੀਦਾ ਹੈਗਾ। ਇਸ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈਗੀ ਇਸ ਆਪਦਾ ਦੇ ਦੌਰਾਨ। ਲੇਕਿਨ ਦੁਰਭਾਗਿਆ ਦੀ ਗੱਲ ਹੈਗੀ ਹੈ ਕਿ ਵਿਪਕਸ਼ ਜਿਹੜਾ ਹੈਗਾ ਉਹ ਰਾਜਨੀਤੀ ਨੂੰ ਤਰਜੀਹ ਦੇ ਰਿਹਾ ਹੈਗਾ, ਸੇਵਾ ਨੂੰ ਤਰਜੀਹ ਨਹੀਂ ਦੇ ਰਿਹਾ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਸਾਰੇ ਦੇਸ਼ 'ਚ ਛੱਡ ਕੇ ਕਿਹੜੀ ਪੋਲੀਟੀਕਲ ਪਾਰਟੀ ਜਿਹੜੇ ਆਰੋਪ ਲਗਾ ਰਹੇ, ਜਿਹੜੇ ਸੇਵਾ ਨੂੰ ਜਿਹੜਾ ਹੈਗਾ ਉਹ ਤਰਜੀਹ ਦੇ ਰਹੇ ਨੇ। ਸਿਰਫ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ
ਜਿਹੜਾ ਤਰਜੀਹ ਦੇ ਰਿਹਾ। ਅੱਜ ਵੀ ਸੇਵਾ ਹੀ ਸੰਗਠਨ ਦੇ ਨਾਂ ਦੇ ਉੱਤੇ ਸਾਰੇ ਦੇਸ਼ 'ਚ ਕਰੋੜਾਂ ਕਾਰਜਕਰਤਾ ਜਿਹੜੇ ਹੈਗੇ ਨੇ ਉਹ ਸੇਵਾ ਦੇ ਕੰਮ 'ਚ ਲੱਗੇ ਹੋਏ ਨੇ। ਅੱਜ ਇੱਥੇ ਐਸਸੀ ਮੋਰਚਾ ਵੱਲੋਂ ਜਿਹੜਾ ਹੈ ਉਹ 101 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਯੁਵਾ ਮੋਰਚਾ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ ਹੈਗਾ, BC ਮੋਰਚਾ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ, ਮਹਿਲਾ ਮੋਰਚਾ ਜਿਹੜਾ ਹੈ ਉਹ ਮਾਸਕ ਵੰਡੇ ਜਾ ਰਹੇ ਹੈਗੇ ਨੇ। ਕਿਸੇ ਨਾ ਕਿਸੇ ਤਰੀਕੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੀ ਸੇਵਾ ਕਰ ਰਿਹਾ ਹੈ। ਲੇਕਿਨ ਹਨੀ ਜੀ ਜਦੋਂ ਪਹਿਲੀ ਵੇਵ ਆਈ ਸੀਗੀ ਉਦੋਂ ਬਹੁਤ ਸਾਰੇ ਸਮਾਜ ਸੇਵੀ ਜਿਹੜੇ ਸੀਗੇ ਉਹ ਅੱਗੇ ਆਏ ਸੀਗੇ, ਲੇਕਿਨ ਸੈਕੰਡ ਵੇਵ ਤੋਂ ਬਾਅਦ ਉਹ ਲੋਕ ਜਿਹੜੇ ਨੇ ਕਾਫੀ ਗੁੰਮ ਨਜ਼ਰ ਆ ਰਹੇ ਨੇ, ਕੋਈ ਬਹੁਤ ਲੋਕ ਘੱਟ ਹੈਲਪ ਕਰ ਪਾ ਰਹੇ ਨੇ। ਕੀ ਲੱਗਦਾ ਕਿ ਆਰਥਿਕ ਹਾਲਾਤ ਨਹੀਂ ਉਸ ਤਰ੍ਹਾਂ ਦੇ ਰਹਿ ਗਏ ਕਿ ਜਾਂ ਲੋਕ ਨਹੀਂ ਮਦਦ ਕਰ ਪਾ ਰਹੇ? ਦੇਖੋ, ਮੈਂ ਸਮਝਦਾ ਪਹਿਲੀ ਵੇਵ 'ਚ ਬਹੁਤ NGO ਸੰਸਥਾਵਾਂ ਨੇ ਮਿਹਨਤ ਕੀਤੀ ਸੀ, ਸੇਵਾ ਕੀਤੀ ਸੀ, ਮਿਹਨਤ ਕੀਤੀ ਸੀ। ਮੈਂ ਹੁਣ ਵੀ ਕਿਸੇ ਵੀ ਨੈਗੇਟਿਵ ਗੱਲ ਨੂੰ ਜਿਹੜੀ ਹੈਗੀ ਹੈ ਉਹ ਅੱਗੇ ਨਾ ਲਿਆਉਂਦੇ ਹੋਏ ਮੈਂ ਇਹੋ ਹੀ ਕਹਾਂਗਾ ਕਿ ਅੱਜ ਵੀ NGO ਸੰਸਥਾਵਾਂ ਨੂੰ, ਸਮਾਜ ਸੇਵੀ ਸੰਸਥਾਵਾਂ ਨੂੰ ਔਰ ਦੇਸ਼ ਦੇ ਜਿਹੜੇ ਪ੍ਰਬੁੱਧ ਨਾਗਰਿਕ ਨੇ, ਦੇਸ਼ ਦੇ ਜਿਹੜੇ ਸਮਾਜ ਸੇਵੀ ਨਾਗਰਿਕ ਨੇ, ਸਾਰਿਆਂ ਨੂੰ ਅੱਗੇ ਆ ਕਰਕੇ ਜਿਹੜਾ ਹੈਗਾ ਉਹ ਆਮ ਜਨ ਦੀ ਸੇਵਾ ਕਰਨੀ ਚਾਹੀਦੀ ਹੈ। ਪੰਜਾਬ ਦੇ ਹਾਲਾਤ ਮੰਨੇ ਜਾਣ ਤੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕੈਪਟਨ ਸਾਹਿਬ ਨੂੰ ਵੈਕਸੀਨੇਸ਼ਨ ਦੀ ਚਿੰਤਾ ਨਹੀਂ ਹੈ, ਵੈਕਸੀਨ ਦੀ ਚਿੰਤਾ ਨਹੀਂ ਹੈ, ਆਮ ਲੋਕਾਂ ਦੀ ਚਿੰਤਾ ਨਹੀਂ ਹੈ। ਉਹਨਾਂ ਨੂੰ ਸਿਰਫ ਚੀਕੂ ਤੇ ਸੀਤਾਫਲ ਦੀ ਚਿੰਤਾ ਹੈਗੀ ਹੈ, ਹੋਰ ਕਿਸੇ ਗੱਲ ਦੀ ਚਿੰਤਾ ਨਹੀਂ। ਆ ਬੀਬੀ ਅਰੂਸਾ ਦੀ ਚਿੰਤਾ ਹੈਗੀ ਹੈ ਕਿ ਉਹਨੂੰ ਕਿਹੜਾ ਫਰੂਟ ਚੰਗਾ ਲੱਗਦਾ ਹੈਗਾ ਹੈ। ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ, ਪੰਜਾਬ ਵਾਸੀਆਂ ਦੇ ਵਿੱਚ ਨੂੰ ਆਕਸੀਜਨ ਦੀ ਲੋੜ ਹੈਗੀ, ਇਸ ਦੀ ਚਿੰਤਾ ਉਹਨਾਂ ਨੂੰ ਨਹੀਂ ਹੈ। ਪੰਜਾਬ ਵਿੱਚ ਦੋ ਲੀਡਰ ਇਸ ਤਰ੍ਹਾਂ ਦੇ ਨੇ ਜਿਹੜੇ ਟਵਿੱਟਰ ਖੇਡ ਰਹੇ ਨੇ। ਇੱਕ ਤੁਹਾਡੇ ਵਿਪਕਸ਼ 'ਚ ਖੜਾ ਹੋਇਆ ਸੀਗਾ ਜਦੋਂ ਤੁਸੀਂ ਵੋਟ ਲੜੇ ਸੀਗੇ, ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ। ਕੀ ਲੱਗਦਾ ਟਵੀਟ ਨਾ ਕੋਈ ਹੱਲ ਨਿਕਲ ਸਕਦਾ? ਇਹ ਘਰਾਂ 'ਚ ਬਹਿ ਕੇ ਜਿਹੜਾ ਹੈਗਾ ਏ ਉਹ ਟਵਿੱਟਰ ਖੇਡ ਸਕਦੇ ਹੈਗੇ ਆ। ਨਾ ਨਵਜੋਤ ਸਿੰਘ ਸਿੱਧੂ ਨੂੰ ਆਮ ਜਨ ਦੀ ਕੋਈ ਚਿੰਤਾ ਹੈਗੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚਿੰਤਾ ਹੈਗੀ ਹੈ ਕੋਈ। ਇਹ ਇੱਕੋ ਥਾਲੀ ਦੇ ਜਿਹੜੇ ਹੈਗੇ ਉਹ ਚੱਟੇ ਬੱਟੇ ਨੇ। ਇਹ ਦੋਵੇਂ ਪਟਿਆਲਵੀ ਚੋਰ ਮਸੇਰੇ ਭਾਈ ਨੇ ਜਿਹੜੇ ਕਿ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਬਹਾਦਰ ਪੰਜਾਬੀ ਜਿਹੜੇ ਨੇ ਉਹ ਕਦੀ ਇਹਨਾਂ ਤੋਂ ਮੂਰਖ ਨਹੀਂ ਬਣਨਗੇ ਔਰ ਆਉਣ ਵਾਲੇ ਵਿਧਾਨ ਸਭਾ ਚੁਣਾਵਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਹੈ ਇਹਨਾਂ ਦੀ ਇਹਨਾਂ ਬੇਵਕੂਫੀਆਂ ਦਾ ਮਾਕੂਲ ਜਵਾਬ ਦਿੱਤਾ ਜਾਏਗਾ। ਲੱਗਦਾ ਹੈ ਕਿ ਹੁਣ ਕਾਂਗਰਸ ਛੱਡਣ ਦੀ ਤਿਆਰੀ ਕੀਤੀ ਜਾ ਰਹੀ, ਕਿਉਂਕਿ ਭਾਜਪਾ ਤੇ ਜਦੋਂ ਛੱਡਣਾ ਸੀਗਾ ਉਦੋਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਸੀਗੇ ਲੱਗ ਰਹੇ ਸੀਗੇ, ਤੁਹਾਡੇ ਤੇ, ਅਕਾਲੀ ਦਲ ਤੇ ਵੀ ਲਗਾਏ ਜਾ ਰਹੇ ਸੀਗੇ। ਕੀ ਲੱਗਦਾ ਕਿ ਹੁਣ ਕਾਂਗਰਸ ਛੱਡਣ ਦੀ ਤਿਆਰੀ ਨਵਜੋਤ ਸਿੰਘ ਸਿੱਧੂ ਦੀ? ਨਵਜੋਤ ਸਿੰਘ ਸਿੱਧੂ ਦੀਆਂ ਰਾਜਨੀਤਿਕ ਅਪੇਖਿਆਵਾਂ, ਰਾਜਨੀਤਿਕ ਆਕਾਂਖਿਆਵਾਂ ਉਹ ਜਿਹੜੀਆਂ ਹੈਗੀਆਂ ਏ ਉਹਦੇ ਕੱਦ ਨਾਲ ਉੱਚੀਆਂ ਨੇ। ਨਵਜੋਤ ਸਿੰਘ ਸਿੱਧੂ ਦਾ ਲਾਲਚ ਜਿਹੜਾ ਹੈਗਾ ਹੈ ਉਹਦੇ ਰਾਜਨੀਤਿਕ ਕੱਦ ਤੋਂ ਵੱਡਾ ਹੈ। ਨਵਜੋਤ ਸਿੰਘ ਸਿੱਧੂ ਨੂੰ ਕੋਈ ਸੇਫ ਪੈਸੇਜ ਨਹੀਂ ਮਿਲ ਪਾ ਰਿਹਾ ਹੈਗਾ, ਜਿਸ ਕਰਕੇ ਉਹ ਕਿਸੇ ਦੂਜੀ ਪਾਰਟੀ 'ਚ ਜਿਹੜਾ ਜਾਵੇ ਉੱਥੋਂ ਉਹਨੂੰ ਕੋਈ ਜਿਹੜੀ ਹੈਗੀ ਹੈ ਪੋਲੀਟੀਕਲ ਐਸ਼ੋਰੈਂਸ ਨਹੀਂ ਮਿਲ ਪਾ ਰਹੀ ਹੈਗੀ, ਜਿਹੜਾ ਇੱਥੇ ਰਹਿ ਕੇ ਇਹੋ ਜਿਹੀਆਂ ਗੱਲਾਂ ਕਰ ਰਿਹਾ। ਔਰ ਨਵਜੋਤ ਸਿੰਘ ਸਿੱਧੂ ਆਪਣੇ ਪੈਰਾਂ ਤੇ ਆਪ ਘੁਲਾੜੀ ਮਾਰ ਰਿਹਾ ਹੈ। ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ ਹੈ, ਹੁਣ ਕਾਂਗਰਸ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ। ਪੰਜਾਬ ਦੀ ਜਨਤਾ ਇਹਦੇ ਤਮਾਸ਼ਿਆਂ ਨੂੰ, ਇਹਦੀਆਂ ਜਿਹੜੀਆਂ ਗੱਲਾਂ ਨੂੰ ਸਮਝ ਚੁੱਕੀ ਹੈਗੀ ਹੈ। ਇਹਦਾ ਤਮਾਸ਼ਾ ਅੱਗੇ ਲੰਮੇ ਸਮੇਂ ਚੱਲਣ ਵਾਲਾ ਨਹੀਂ ਹੈ। ਲਾਸਟ ਕੁਐਸਚਨ ਹੈ, ਰਾਬੀਆ ਸਿੱਧੂ ਨੂੰ ਕਹਿ ਰਹੇ ਕਿ ਹੁਣ ਲੜਾਇਆ ਜਾਏਗਾ ਤੁਹਾਡੇ ਹਲਕੇ ਦੇ ਵਿੱਚ। ਕੀ ਲੱਗਦਾ ਕਿ ਰਾਬੀਆ ਸਿੱਧੂ ਟੱਕਰ ਦੇ ਪਾਏਗੀ ਕਿਸੇ ਨੂੰ ਵੀ? जो कासरियाँ लगाई जा रही हैं कि राबिया सिद्धू ਨੂੰ ਦਿੱਤੀ ਜਾ ਸਕਦੀ ਸੀਟ। अब हवाएं ही करेंगी रोशनी का फैसला, जिस दिए में तेल होगा वो दिया रह जाएगा। ਸੋ ਇਹ ਸਨ ਰਜੇਸ਼ ਹਨੀ ਜੀ, ਤੇ ਲਗਾਤਾਰ ਹੀ ਉਹਨਾਂ ਵੱਲੋਂ ਜਿਹੜਾ ਸੀਗਾ ਕਾਫੀ ਜਿਹੜੇ ਨੇ ਉਹ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ। ਲਗਾਤਾਰ ਹੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਅੱਜ ਵੀ 101 ਪਰਿਵਾਰਾਂ ਨੂੰ ਜਿਹੜਾ ਰਾਸ਼ਨ ਦਿੱਤਾ ਗਿਆ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਿਮਾਗ 'ਚ ਆਇਆ ਔਰ ਲਗਾਤਾਰ ਹੀ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਲੋਕਾਂ ਦੇ ਨਾਲ ਮਿਲ ਕੇ ਗੱਲਬਾਤ ਕਰੇਗੀ? ਜਦੋਂ ਦੀ ਪਾਰਟੀ ਦਾ ਇਤਿਹਾਸ ਰਿਹਾ ਵਾ ਕਿ ਜਦੋਂ ਦੇਸ਼ 'ਚ ਸੰਕਟ ਆਇਆ ਵਾ ਉਦੋਂ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ, ਹਰ ਨੇਤਾ ਸੜਕਾਂ 'ਚ ਉਤਰਿਆ ਔਰ ਦੇਸ਼ ਦੇ ਲਈ ਸੇਵਾ ਦਾ ਕੰਮ ਕੀਤਾ ਵਾ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ, ਪਿਛਲੇ ਸਾਲ ਕਰੋਨਾ ਵਰਗੀ ਮਹਾਮਾਰੀ ਨੇ ਵਿਸ਼ਵ ਦੇ ਵਿੱਚ ਇੱਕ ਵਿਸ਼ਾਲ ਰੂਪ ਲਿੱਤਾ ਵਾ। ਉਦੋਂ ਦਾ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਔਰ ਸਾਡੇ ਰਾਸ਼ਟਰੀ ਅਧਿਕਸ਼ ਸ਼੍ਰੀ JP ਨੱਡਾ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਛੋਟੇ ਵੱਡੇ ਕਾਰਜਕਰਤਾ ਨੂੰ, ਹਰ ਪਾਰਟੀ ਦੇ ਵਿੰਗ ਨੂੰ ਇੱਕ ਆਹਵਾਨ ਕੀਤਾ ਵਾ ਕਿ ਅਸੀਂ ਪਾਰਟੀ ਦੇ ਵਿੱਚ ਕਿਸੇ ਵੀ ਸ਼ਖਸੀਅਤ ਦਾ, ਕਿਸੇ ਵੀ ਸਾਡੇ ਮਹਾਨ ਪੁਰਖ ਦਾ ਕੋਈ ਜਨਮ ਦਿਹਾੜਾ ਜਾਂ ਪੁੰਨ ਤਿਥੀ ਮਨਾਉਣੀ ਹੈ, ਉਸ ਨੂੰ ਸਿਰਫ ਸੇਵਾ ਦੇ ਰੂਪ ਤੇ ਮਨਾਉਣੀ ਹੈ। ਜਿਸ ਤਰ੍ਹਾਂ ਕਿ ਅੱਜ ਮੋਦੀ ਸਾਹਿਬ ਨੂੰ ਸਫਲਤਾਪੂਰਵਕ 7 ਸਾਲ ਪੂਰੇ ਹੋ ਚੁੱਕੇ ਨੇ, ਉਸੇ ਤਿਉਹਾਰ ਨੂੰ ਮਨਾਉਣ ਵਾਸਤੇ ਅੱਜ SC ਮੋਰਚਾ ਨੇ ਅੰਮ੍ਰਿਤਸਰ ਦੇ 101 ਪਰਿਵਾਰਾਂ ਨੂੰ ਰਾਸ਼ਨ ਵਿਤਰਨ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵਾ ਔਰ ਨਾਲ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ 99 155 011 11, ਜਿਸ ਦੇ ਵਿੱਚ ਕਾਲ ਕਰਕੇ ਸ਼ਹਿਰ ਦਾ ਹਰ ਇੱਕ ਵਾਸੀ ਜਿਹੜਾ ਜ਼ਰੂਰਤਮੰਦ ਹੈ ਉਹ ਆਕਸੀਜਨ ਦੀ ਸੇਵਾ ਲੈ ਸਕਦਾ ਹੈ। ਉਸ ਨੂੰ ਰਾਸ਼ਨ ਦੀ ਜ਼ਰੂਰਤ ਹੈ, ਉਸ ਨੂੰ ਮੈਡੀਸਿਨ ਦੀ ਜ਼ਰੂਰਤ ਹੈ, ਉਹ ਇਸ ਨੰਬਰ ਤੇ ਕਾਲ ਕਰ ਸਕਦਾ ਹੈ। ਸਾਡੀ SC ਮੋਰਚਾ ਦੀ ਟੀਮ ਮੇਰੇ ਨਾਲ ਮੇਰੇ ਵੱਡੇ ਵੀਰ ਨਰਿੰਦਰ ਗੋਲਡੀ ਜੀ ਖੜੇ ਨੇ, ਸ਼ਕਤੀ ਕਲਿਆਣ ਜੀ ਖੜੇ ਨੇ ਔਰ ਓਮ ਪ੍ਰਕਾਸ਼ ਕਾਕਾ ਜੀ, ਕਾਫੀ ਸਾਡੇ ਕਾਰਜਕਰਤਾ ਸਾਡੇ ਨਾਲ ਖੜੇ ਨੇ ਜਿਹੜੇ ਦਿਨ ਰਾਤ ਇਸ ਕੰਮ ਲਈ ਲੱਗੇ ਆ
ਉਹ ਉੱਥੇ ਜਾ ਕੇ ਵੇਖਣਗੇ। ਜੋ ਵਿਅਕਤੀ ਵਕਤ 'ਚ ਜ਼ਰੂਰਤਮੰਦ ਹੋਏਗਾ ਤੇ ਅਸੀਂ ਹਰ ਸੰਭਵ ਦੀ ਸਹਾਇਤਾ ਕਰਾਂਗੇ। ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਸਮਝਦੇ ਹੋ ਕਿ ਉਪਰਾਲੇ ਕੀਤੇ ਜਾ ਰਹੇ ਨੇ, ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਟਵਿੱਟਰ ਗੇਮ ਖੇਡੀ ਜਾ ਰਹੀ ਹੈ, ਲੇਕਿਨ ਲੋਕਾਂ ਦੇ ਨਾਲ ਜਿਹੜਾ ਆ ਉਹ ਕਾਫੀ ਜਿਹੜਾ ਮਜ਼ਾਕ ਵੀ ਕੀਤਾ ਜਾ ਰਿਹਾ, ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ? ਸਰਕਾਰ ਨਾਲ ਜੀ ਕੋਈ ਚੀਜ਼ ਨਹੀਂ ਹੈ। ਸਾਰਿਆਂ ਨੂੰ ਪਤਾ ਵਾ ਕਿ ਜਦੋਂ ਦਾ ਦੇਸ਼ ਦੇ ਵਿੱਚ ਸੰਕਟ ਆਇਆ ਵਾ, ਇੱਕ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਦਿਨ ਰਾਤ ਆਪਣੇ ਦੇਸ਼ ਵਾਸੀਆਂ ਦੀ ਸਿਹਤ ਲਈ, ਉਹਨਾਂ ਦੀ ਰੋਜੀ ਰੋਟੀ ਲਈ ਚਿੰਤਾ 'ਚ ਲੱਗੇ ਹੋਏ ਨੇ, ਤੇ ਦੂਸਰੇ ਪਾਸੇ ਇਸ ਦੇਸ਼ ਦਾ ਅਯਾਸ਼ ਮੁੱਖ ਮੰਤਰੀ ਮਹਿਲਾਂ ਵਿੱਚ ਬੈਠਾ ਵਾ, ਉਸ ਨੂੰ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਦਿਨ ਰਾਤ ਸਿਰਫ ਉਹਨੂੰ ਅਰੂਸਾ ਨਾਲ ਲੈਣਾ ਦੇਣਾ ਵਾ, ਤੇ ਹੋਰ ਉਹਨੂੰ ਕੋਈ ਕੰਮ ਨਹੀਂ ਹੈ। ਲੇਕਿਨ ਉਹਨਾਂ ਦਾ ਆਰੋਪ ਹੈ ਤਾਂ ਕਹਿੰਦੇ ਉਹ ਸਿਰਫ ਅਡਾਨੀਆਂ ਬਾਨੀਆਂ ਦੇ ਯਾਰ ਨੇ, ਇਸ ਕਰਕੇ ਅਡਾਨੀਆਂ ਬਵਾਨੀਆਂ ਨੂੰ ਜਿਹੜਾ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਦੂਸਰੇ ਪਾਸੇ ਕਹਿੰਦੇ ਕਿ ਵੈਕਸੀਨੇਸ਼ਨ ਪੂਰੀ ਹੋਣ ਦੇ ਬਾਵਜੂਦ ਵੀ ਵਿਦੇਸ਼ 'ਚ ਭੇਜ ਦਿੱਤੀ, ਆਪਣੇ ਲੋਕਾਂ ਨੂੰ ਤੇ ਸਿਕਿਉਰ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ। ਜੀ ਅਡਾਨੀ ਅੰਬਾਨੀ ਵੀ ਇਸ ਦੇਸ਼ ਦੇ ਹੀ ਨਾਗਰਿਕ ਨੇ, ਇਸ ਦੇਸ਼ 'ਚ ਹੀ ਪੈਦਾ ਹੋਏ ਨੇ, ਉਹ ਕੋਈ ਵਿਦੇਸ਼ੀ ਲੋਕ ਨਹੀਂ ਨੇ। ਜੇ ਮੰਨ ਲਓ ਇੱਕ ਮੈਂ ਸੰਜੀਵ ਕੁਮਾਰ ਹਾਂ, ਜੇ ਮੈਂ ਇਸ ਦੇਸ਼ ਦੇ ਵਿੱਚ ਤਰੱਕੀ ਕਰਕੇ ਕਿਸੇ ਜਗ੍ਹਾ ਤੇ ਪਹੁੰਚ ਜਾਂਦਾ ਵਾਂ ਤੇ ਮੇਰੇ ਤੇ ਕੋਈ ਲਾਂਛਨ ਲਾਇਆ ਜਾਵੇ ਤਾਂ ਉਹ ਗਲਤ ਗੱਲ ਹੈ। ਅਡਾਨੀ ਅੰਬਾਨੀ ਵੀ ਇਸ ਦੇਸ਼ ਦੀ ਸੇਵਾ ਕਰ ਰਹੇ ਨੇ। ਤੇ ਜਿਹੜੀ ਗੱਲ ਰਹੀ ਹੈ ਵੈਕਸੀਨੇਸ਼ਨ ਦੀ, ਹਿੰਦੁਸਤਾਨ ਨੇ ਪਹਿਲੀ ਵਾਰੀ ਤੁਸੀਂ ਦੇਖਿਆ ਵਾ ਐਡਾ ਵੱਡਾ ਸੰਕਟ ਪਿਆ, ਦੋ ਤਰ੍ਹਾਂ ਦੀ ਕੋਵਿਡ ਸ਼ੀਲਡ ਬਣਾਤੀ ਹੈ, ਦੋ ਤਰ੍ਹਾਂ ਦੀ ਵੈਕਸੀਨੇਸ਼ਨ ਬਣਾਈ ਹੈ, ਔਰ ਦੇਸ਼ ਦੇ ਵਿੱਚ ਸਪਲਾਈ ਦੇ ਨਾਲ ਬਾਹਰ ਵੀ ਸਪਲਾਈ ਕੀਤੀ ਹੈ। ਉਹਦਾ ਕਾਰਨ ਹੈ ਕਿ ਜਦੋਂ ਅਸੀਂ ਕਿਸੇ ਕੋਲ ਰਾਹ ਮਟੀਰੀਅਲ ਲੈਂਦੇ ਹਾਂ ਤਾਂ ਉਹਦੇ ਨਾਲ ਸਮਝੌਤਾ ਹੁੰਦਾ ਵਾ, ਉਸ ਸਮਝੌਤੇ ਦੇ ਸਾਨੂੰ ਉਹਨਾਂ ਨੂੰ ਵੀ ਦੇਣੀ ਪੈਂਦੀ ਹੈ। ਲੇਕਿਨ ਵਿਦੇਸ਼ 'ਚ ਹੁਣ ਲੋਕਾਂ ਨੇ 30 ਤੋਂ 35% ਜਿਹੜੇ ਵੈਕਸੀਨੇਸ਼ਨ ਲਗਾਤੀ, ਲੇਕਿਨ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਰੇਸ਼ੋ ਆ। ਕੀ ਲੱਗਦਾ ਕਿ ਉਹਨਾਂ ਨੂੰ ਵੀ ਹੈਲਪ ਲਈ ਤੁਹਾਨੂੰ ਤੁਹਾਡੇ ਲਈ ਸਮਝੌਤਾ ਦੇ ਤਹਿਤ ਤੁਹਾਨੂੰ ਵੀ ਜਿਹੜਾ ਹੈਲਪ ਕਰਨੀ ਚਾਹੀਦੀ ਤਾਂ ਜੋ ਕਿ ਆਪਾਂ ਹਿੰਦੁਸਤਾਨ ਨੂੰ ਸੇਵ ਕਰ ਸਕੀਏ? ਦੇਖੋ ਜੀ, ਬਾਹਰ ਜਿਹੜੀਆਂ ਕੰਟਰੀਆਂ ਨੇ ਉਹਨਾਂ ਦਾ ਖੇਤਰਫਲ ਬਹੁਤ ਜ਼ਿਆਦਾ ਵਾ, ਪਰ ਉਹਨਾਂ ਦੀ ਜਨਸੰਖਿਆ ਬਹੁਤ ਥੋੜੀ ਹੈ। ਠੀਕ ਹੈ, ਕਈ ਕੰਟਰੀਆਂ ਨੇ ਜਿਹਦੀ ਕਰੋੜ ਹੈ, 2 ਕਰੋੜ ਹੈ, ਕੋਈ ਜ਼ਿਆਦਾ ਹਾਈਐਸਟ ਹੈ ਤੇ 15 ਕਰੋੜ ਹੈ। ਜਿਹੜਾ ਹਿੰਦੁਸਤਾਨ ਹੈ ਇਹਦੀ ਲਗਭਗ 130 ਕਰੋੜ ਦੀ ਆਬਾਦੀ ਹੈ, ਔਰ ਤੁਸੀਂ ਇਮੇਜਨ ਕਰੋ ਕਿ ਕਿਸੇ 3 ਕਰੋੜ ਬੰਦਿਆਂ ਨੂੰ ਵੈਕਸੀਨੇਸ਼ਨ ਲਾਣੀ ਹੋਵੇ ਤੇ 130 ਕਰੋੜ ਨੂੰ ਲਾਣੀ ਹੋਵੇ ਤੇ ਕਿਆ ਸੰਭਵ ਹੈ? ਪਰ ਫਿਰ ਵੀ ਸਾਡੀ ਮਾਨਨੀय ਨਰਿੰਦਰ ਮੋਦੀ ਸਰਕਾਰ ਨੇ ਦਿਨ ਰਾਤ ਕਰਕੇ ਅੱਜ ਕਰ ਲੋਕਾਂ ਨੂੰ ਵੈਕਸੀਨੇਸ਼ਨ ਲਾਈ ਜਾ ਰਹੀ ਹੈ। ਪਰ ਕੁਝ ਲੋਕ ਸਿਆਸੀ ਰੋਟੀਆਂ ਸੇਕਣ ਵਾਸਤੇ ਦੇਸ਼ ਦਾ ਸਾਥ ਦੇਣ ਦੀ ਬਜਾਏ, ਲੋਕਾਂ ਨੂੰ ਅਵੇਅਰ ਕਰਨ ਦੀ ਬਜਾਏ ਸਿਰਫ ਸਿਆਸਤ ਕਰ ਰਹੇ ਆ, ਇਸ ਤੋਂ ਸਿਵਾ ਉਹਨਾਂ ਨੂੰ ਕੁਝ ਨਹੀਂ ਆਉਂਦਾ। ਸੋ ਇਹ ਸਨ ਸੰਜੀਵ ਕੁਮਾਰ ਜੀ, ਜਿਨ੍ਹਾਂ ਵੱਲੋਂ ਅੱਜ ਜਿਹੜਾ ਆ ਇਹ ਕੈਂਪ ਜਿਹੜਾ ਸੀਗਾ ਲਗਾਇਆ ਗਿਆ, ਔਰ 101 ਦੇ ਕਰੀਬ ਗਰੀਬ ਪਰਿਵਾਰ ਨੂੰ ਜਿਹੜਾ ਰਾਸ਼ਨ ਵਿਤਰਨ ਜਿਹੜਾ ਆ ਉਹ ਕੀਤਾ ਗਿਆ। ਦੂਸਰੇ ਪਾਸੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਿਰਫ ਇਸ ਤੇ ਰਾਜਨੀਤੀ ਖੇਡੀ ਜਾ ਰਹੀ ਆ, ਹੋਰ ਕੁਝ ਨਹੀਂ ਕੀਤਾ ਜਾ ਰਿਹਾ, ਕਿਉਂਕਿ ਰਾਜਨੀਤੀ ਦੇ ਤੋਂ ਹੀ ਪ੍ਰੇਰਿਤ ਹੋ ਕੇ ਹੀ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਨਾ ਉਹ ਕਰ ਰਹੇ ਨੇ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 7 ਸਾਲ ਪੂਰੇ ਹੋ ਚੁੱਕੇ ਨੇ ਦੇਸ਼ ਦੇ ਵਿੱਚ ਸਰਕਾਰ ਚਲਾਉਂਦੇ ਹੋਏ। ਕਿਤੇ ਨਾ ਕਿਤੇ ਉਹਨਾਂ ਦੀ ਜਿਹੜੇ 7 ਸਾਲ ਪੂਰੇ ਹੋਣ ਨੂੰ ਲੈ ਕੇ ਜਿਹੜਾ ਇਹ ਕੈਂਪ ਜਿਹੜਾ ਸੀਗਾ ਸੇਵਾ ਹੀ ਸੰਗਠਨ ਦੇ ਨਾਮ ਤੇ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਗਿਆ, ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲਗਾਤਾਰ ਹੀ ਸਰਕਾਰਾਂ ਨੂੰ ਜਿਹੜਾ ਆ ਵੱਧ ਚੜ੍ਹ ਕੇ ਜ਼ਰੂਰ ਹਿੱਸਾ ਜਿਹੜਾ ਆ ਉਹ ਲੈਣਾ ਚਾਹੀਦਾ, ਤੇ ਇਹਨਾਂ ਵੱਲੋਂ ਇੱਕ ਟੋਲ ਫ੍ਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ, ਜਿਸ ਤਹਿਤ ਲੋਕ ਜਿਹੜੇ ਨੇ ਉਹ ਆਕਸੀਜਨ ਜਿਹੜੀ ਆ ਉਹ ਬਰਾਮਦ ਕਰ ਸਕਣ। ਦੂਸਰੇ ਪਾਸੇ ਰਜੇਸ਼ ਹਾਨੀ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਘਰ ਬੈਠ ਕੇ ਟਵੀਟ ਤੇ ਖੇਡ ਰਹੇ ਨੇ, ਲੇਕਿਨ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਵੀ ਲੈਣਾ ਦੇਣਾ ਨਹੀਂ। ਲੇਕਿਨ ਜੇਕਰ ਰਾਬੀਆ ਸਿੱਧੂ ਉਹਨਾਂ ਦੇ ਹਲਕੇ ਦੇ ਵਿੱਚ ਇਲੈਕਸ਼ਨ ਲੜਦੀ ਤੇ ਸਿਰਫ ਉਸ ਸਮੇਂ ਦਾ ਸਮਾਂ ਹੀ ਦੱਸ ਸਕੇਗਾ ਕਿ ਕੌਣ ਉੱਥੇ ਜਿੱਤ ਪ੍ਰਾਪਤ ਕਰਦਾ ਹੈ ਤੇ ਕੌਣ ਉੱਥੇ ਹਾਰਦਾ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਸਾਂਝਾ ਟੀਵੀ, ਅੰਮ੍ਰਿਤਸਰ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।